Good morning to everyone. Students, today we are going to discuss about the social responsibility toward different interest groups. Means कि business enterprise ਦੀ ਕਿਹੜੇ sector ਦੇ regarding social responsibilities ਬਣਦੀਆਂ ਨੇ. The first is responsibilities of business towards consumer. Means consumers ਕੌਣ ਨੇ ਜਿਹੜੇ product ਨੂੰ use ਕਰਦੇ consume ਕਰਦੇ ਆ ਤੇ ਉਹਨਾਂ ਦੇ towards business ਦੀ ਕੀ responsibility ਆ. The first is production of safe item by maintaining quality standard. ਮੀਨਸ ਕਿ ਜਿਹੜਾ ਵੀ ਤੁਸੀਂ ਪ੍ਰੋਡਕਟ ਉਹਨਾਂ ਨੂੰ ਸੇਲ ਆਊਟ ਕਰ ਰਹੇ ਹੋ ਉਹ ਕੀ ਹੋਣਾ ਚਾਹੀਦਾ, ਇੱਕ ਤਾਂ ਸੇਫ ਹੋਣਾ ਚਾਹੀਦਾ ਜਿਹੜਾ ਕਿ ਕਿਸੇ ਨੂੰ ਵੀ ਕਿਸੇ ਟਾਈਪ ਦਾ ਕੋਈ ਇਲੈਕਟ੍ਰਿਕ ਸ਼ੌਕ ਜਾਂ ਦਾ ਕਰੰਟ ਵਗੈਰਾ ਨਾ ਹੋਏ, ਪਲੱਸ ਉਸ ਪ੍ਰੋਡਕਟ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਆ। ਨੈਕਸਟ ਇਜ਼ ਦੀ ਟੂ ਇਨਸ਼ਿਓਰ ਰੈਗੂਲਰ ਸਪਲਾਈ ਆਫ ਗੁੱਡਸ ਐਂਡ ਸਰਵਿਸਿਜ਼। ਇਟ ਮੀਨਸ ਕਿ ਜਿਹੜਾ ਵੀ ਤੁਸੀਂ ਗੁੱਡ ਸਪਲਾਈ ਕਰ ਰਹੇ ਹੋ ਉਹ ਰੈਗੂਲਰ ਹੋਣਾ ਚਾਹੀਦਾ ਆ। ਇਹ ਨਹੀਂ ਆ ਕਿ ਇੱਕ ਪ੍ਰੋਡਕਟ ਕੰਜ਼ਿਊਮਰ ਤੁਹਾਡੇ ਕੋਲੋਂ ਲੈ ਕੇ ਗਿਆ ਦੈਨ ਉਹ ਦੁਬਾਰਾ ਉਹ ਪ੍ਰੋਡਕਟ ਨੂੰ ਪਰਚੇਜ਼ ਕਰਨ ਲਈ ਆਇਆ ਅਤੇ ਉਹ ਪ੍ਰੋਡਕਟ ਉਹਨੂੰ ਮਿਲੇ ਹੀ ਨਾ। ਸੋ ਪ੍ਰੋਡਕਟ ਤੁਹਾਡੇ ਕੋਲ ਅਵੇਲੇਬਲ ਹੋਣਾ ਚਾਹੀਦਾ ਆ। ਜਿਹੜੀ ਵੀ ਸਰਵਿਸਿਜ਼ ਐਂਡ ਗੁੱਡਸ ਤੁਸੀਂ ਕੰਜ਼ਿਊਮਰ ਨੂੰ ਪ੍ਰੋਵਾਈਡ ਕਰ ਰਹੇ ਹੋ ਦੈਟ ਸ਼ੁੱਡ ਬੀ ਔਨ ਦਾ ਰੈਗੂਲਰ ਬੇਸਿਸ। ਨੈਕਸਟ ਇਜ਼ ਟੂ ਐਜੂਕੇਟ ਕਸਟਮਰ ਰਿਗਾਰਡਿੰਗ ਦ ਯੂਜ਼ ਐਂਡ ਕੰਟੈਂਟ ਆਫ ਦਾ ਪ੍ਰੋਡਕਟ। ਜਦੋਂ ਵੀ ਪ੍ਰੋਡਕਟ ਸੇਲ ਆਊਟ ਕਰਦੇ ਹਾਂ ਕਸਟਮਰ ਨੂੰ ਪ੍ਰੋਡਕਟ ਦੇ ਬਾਰੇ ਜ਼ਰੂਰ ਇਨਫੋਰਮੇਸ਼ਨ ਦਿਓ ਕਿ ਉਹਨੂੰ ਯੂਜ਼ ਕਿੱਦਾਂ ਕਰਨਾ ਆ ਅਤੇ ਉਹਦੇ ਕੀ ਇੰਸਟਰਕਸ਼ਨਸ ਨੇ, ਇਹ ਗਾਈਡ ਕਰਨਾ ਜ਼ਰੂਰੀ ਆ। ਬੀਇੰਗ ਟਰੂਥਫੁਲ ਇਨ ਐਡਵਰਟਾਈਜ਼ਿੰਗ। ਨਾ ਇਹਦਾ ਕੀ ਮਤਲਬ ਆ ਕਿ ਜਿਹੜੇ ਵੀ ਐਡਵਰਟੀਜ਼ਮੈਂਟ ਤੁਸੀਂ TV 'ਤੇ ਨਿਊਜ਼ਪੇਪਰ 'ਤੇ ਬੈਨਰਸ 'ਤੇ ਦੇਖਦੇ ਹੋ ਪ੍ਰੋਡਕਟ ਬਾਰੇ ਬੋਲਦੇ ਹੋ ਕਿ ਹਾਂ ਇਹ ਇੰਨਾ % ਪਿਓਰ ਆ ਜਾਂ ਇਹਦਾ ਇੰਨਾ 100% ਰਿਜ਼ਲਟ ਆ, 99.9% ਰਿਜ਼ਲਟ ਆ। ਸੋ ਐਕਚੁਅਲ ਦੇ ਵਿੱਚ ਵੀ ਉਹ ਪ੍ਰੋਡਕਟ ਦੇ ਵਿੱਚ ਓਨੀ ਕੁਆਲਿਟੀ ਹੋਣੀ ਚਾਹੀਦੀ ਆ। ਟੂ ਫੋਲੋ ਫੇਅਰ ਟਰੇਡ ਪ੍ਰੈਕਟਿਸਿਸ। ਕੋਈ ਵੀ ਇਹੋ ਜਿਹਾ ਮਤਲਬ ਜਿਹੜਾ ਟਰੈਕ ਆ ਉਹ ਤੁਹਾਡਾ ਇਲੀਗਲ ਨਹੀਂ ਹੋਣਾ ਚਾਹੀਦਾ। ਕਈ ਵਾਰੀ ਕੀ ਕਰਦੇ ਆ ਆਪਾਂ ਕਸਟਮਰ ਦੇ ਨਾਲ ਬਲੈਕ ਮਾਰਕੀਟਿੰਗ ਕਰਦੇ ਆ ਜਾਂ ਕੋਈ ਡੁਪਲੀਕੇਟ ਪ੍ਰੋਡਕਟ ਪ੍ਰੋਵਾਈਡ ਕਰ ਦਿੰਦੇ ਆ। ਸੋ ਉੱਦਾਂ ਦਾ ਕੋਈ ਵੀ ਅਨਫੇਅਰ ਟਰੇਡ ਜਿਹੜਾ ਨਹੀਂ ਹੋਣਾ ਚਾਹੀਦਾ। ਟੂ ਹੈਂਡਲ ਕਸਟਮਰ ਕੰਪਲੇਨ ਐਂਡ ਗ੍ਰੀਵੈਂਸਿਸ ਕੁਇਕਲੀ। ਜੇ ਕੋਈ ਕਸਟਮਰ ਕੰਪਲੇਨ ਫਾਈਲ ਕਰਦਾ ਆ ਦੈਨ ਉਹਦੀ ਪ੍ਰੋਬਲਮ ਜਿਹੜੀ ਆ ਜਿੰਨੀ ਜਲਦ ਤੋਂ ਜਲਦ ਤੁਸੀਂ ਸੋਲਵ ਕਰੋਗੇ ਤੁਹਾਡੇ ਬਿਜ਼ਨਸ ਲਈ ਓਨਾ ਹੀ ਉਹ ਪਲੱਸ ਪੁਆਇੰਟ ਹੁੰਦਾ ਆ। ਜਿੱਦਾਂ ਕਿ ਹੁਣ ਆਪਾਂ ਕਸਟਮਰ ਕੇਅਰ 'ਤੇ ਕਾਲ ਕਰਦੇ ਹਾਂ, ਕੋਈ ਆਈਡੀਆ ਕਾਲ ਸੈਂਟਰ ਆ, ਕੋਈ ਵੋਡਾਫੋਨ ਆ। ਸੋ ਅਗਰ ਉਹ ਤੁਹਾਡੀ ਗ੍ਰੀਵੈਂਸਿਸ ਨੂੰ ਜਲਦ ਤੋਂ ਜਲਦ ਹੈਂਡਲ ਕਰ ਲੈਂਦੇ ਆ ਦੈਨ ਉਹ ਉਹਨਾਂ ਦਾ ਇੱਕ ਪਲੱਸ ਪੁਆਇੰਟ ਬਣ ਜਾਂਦਾ ਆ। ਨੈਕਸਟ ਇਜ਼ ਰਿਸਪੋਂਸਿਬਿਲਿਟੀ ਟੂਵਰਡਸ ਇੰਪਲੋਈਜ਼। ਨਾ ਜਿਹੜੇ ਇੰਪਲੋਈਜ਼ ਤੁਹਾਡੀ ਕੰਪਨੀ ਦੇ ਵਿੱਚ ਵਰਕ ਕਰ ਰਹੇ ਆ ਉਹਨਾਂ ਦੇ ਟੂਵਰਡਸ ਵੀ ਤੁਹਾਡੀ ਕੁਛ ਸੋਸ਼ਲ ਰਿਸਪੋਂਸਿਬਿਲਿਟੀਜ਼ ਬਣਦੀਆਂ ਆ। ਫਰਸਟ ਇਜ਼ ਪ੍ਰੋਵਾਈਡਿੰਗ ਫੇਅਰ ਕੰਪਨਸੇਸ਼ਨ ਐਂਡ ਬੈਨੀਫਿਟਸ। ਕੰਪਨਸੇਸ਼ਨ ਦਾ ਕੀ ਮਤਲਬ ਆ ਕਿ ਜਿਹੜੇ ਵੀ ਆਪਾਂ ਇੰਪਲੋਈਜ਼ ਨੂੰ ਕੋਈ ਸੈਲਰੀ ਵਗੈਰਾ ਕੋਈ ਵੇਜਸ ਪੇ ਕਰ ਰਹੇ ਦੈਟ ਇਜ਼ ਉਹਨਾਂ ਨੂੰ ਕੰਪਨਸੇਟ ਕਰ ਰਹੇ ਹੋ। ਅਤੇ ਬੈਨੀਫਿਟਸ ਹੋ ਗਿਆ ਕਿ ਉਸ ਸੈਲਰੀ ਵੇਜਸ ਤੋਂ ਇਲਾਵਾ ਕੁਛ ਫਾਇਦੇ ਐਡੀਸ਼ਨਲ ਬੈਨੀਫਿਟਸ, ਚਾਹੇ ਉਹ ਓਵਰ ਟਾਈਮ ਹੋਏ, ਚਾਹੇ ਉਹ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੂੰ ਰਿਵਾਰਡ ਮਿਲ ਰਿਹਾ ਹੈ, ਬੋਨਸ ਮਿਲ ਰਿਹਾ ਆ। ਸੋ ਇੱਦਾਂ ਦੇ ਇੰਪਲੋਈਜ਼ ਨੂੰ ਤੁਹਾਨੂੰ ਪ੍ਰੋਵਾਈਡ ਕਰਨਾ ਚਾਹੀਦਾ ਆ। ਨੈਕਸਟ ਇਜ਼ ਪ੍ਰੋਵਾਈਡਿੰਗ ਗੁੱਡ ਐਂਡ ਸੇਫ ਵਰਕਿੰਗ ਕੰਡੀਸ਼ਨਸ। ਜਿਹੜੇ ਵਰਕਿੰਗ ਇਨਵਾਇਰਮੈਂਟ ਦੇ ਵਿੱਚ ਇੱਕ ਇੰਪਲੋਈ ਵਰਕ ਕਰ ਰਿਹਾ ਆ ਉਹ ਕੀ ਹੋਣਾ ਚਾਹੀਦਾ ਆ, ਵਧੀਆ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਹਾਈਜੀਨਿਕ ਹੋਣਾ ਚਾਹੀਦਾ ਆ, ਕਲੀਨ ਹੋਣਾ ਚਾਹੀਦਾ ਆ ਐਂਡ ਨੈਕਸਟ ਇਜ਼ ਸੇਫ ਹੋਣਾ ਚਾਹੀਦਾ ਆ। ਕਿਸੇ ਤਰ੍ਹਾਂ ਦੀ ਕੋਈ ਹੈਲਥ ਨੂੰ ਕੋਈ ਹਾਰਮਫੁਲ ਇਫੈਕਟ ਜਿਨ੍ਹਾਂ ਦੇ ਨਾ ਪਏ। ਨੈਕਸਟ ਇਜ਼ ਪ੍ਰੋਵਾਈਡਿੰਗ ਓਪਰਚੁਨਿਟੀ ਫॉर ਪਰਸਨਲ ਗਰੋਥ ਐਂਡ ਡਿਵੈਲਪਮੈਂਟ। ਇੰਪਲੋਈਜ਼ ਨੂੰ ਮੌਕਾ ਦੇਣਾ ਚਾਹੀਦਾ ਆ ਕਿ ਆਪਣੇ ਸਜੈਸ਼ਨਸ ਵਗੈਰਾ ਪੁੱਟ ਕਰਨ ਅਤੇ ਆਪਣਾ ਜਿਹੜਾ ਉਹਨਾਂ ਦੀ ਇਨਰ ਕੁਆਲਿਟੀ ਆ ਉਹ ਬਾਹਰ ਸ਼ੋਅ ਕਰਨ। ਤੁਹਾਨੂੰ ਮਤਲਬ ਕਿ ਮੌਕਾ ਦਿਓਗੇ ਤਾਂ ਹੀ ਉਹ ਕੰਮ ਕਰਕੇ ਦਿਖਾਉਣਗੇ ਅਤੇ ਇੱਕ ਤਰ੍ਹਾਂ ਦਾ ਉਹਨਾਂ ਦਾ ਪਰਸਨਲ ਗਰੋਥ ਮਤਲਬ ਕਿ ਇੰਪਲੋਈਜ਼ ਨੂੰ ਟ੍ਰੇਨਿੰਗ ਵਗੈਰਾ ਪ੍ਰੋਵਾਈਡ ਕਰਕੇ ਆਪਾਂ ਉਹਨਾਂ ਦਾ ਡਿਵੈਲਪਮੈਂਟ ਕਰ ਸਕਦੇ ਹਾਂ। ਟੂ ਡਿਵੈਲਪ ਅ ਸੈਂਸ ਆਫ ਬਿਲੋਂਗਿੰਗਨੈਸ। ਇੱਕ ਇੰਪਲੋਇਰ ਅਤੇ ਇੰਪਲੋਈ ਦੇ ਰਿਲੇਸ਼ਨ ਤੋਂ ਇਲਾਵਾ ਵੀ ਸਾਨੂੰ ਉਹਨਾਂ ਦੇ ਨਾਲ ਕੋਈ ਨਾ ਕੋਈ ਰਿਲੇਸ਼ਨ ਰੱਖਣਾ ਪੈਂਦਾ ਹੈ। ਜਿੱਦਾਂ ਕਿ ਇੱਕ ਤਰ੍ਹਾਂ ਦਾ ਮਤਲਬ ਕਿ ਜਾਣ ਪਹਿਚਾਣ ਜਿਹਨੂੰ ਬੋਲਦੇ ਆ ਕਿ ਸਿਰਫ ਇਹ ਹੀ ਨਹੀਂ ਕਿ ਤੁਹਾਡਾ ਉਹ ਇੰਪਲੋਈ ਆ ਤਾਂ ਤੁਸੀਂ ਉਹਦੇ ਤੋਂ ਵਰਕ ਕਰਵਾਇਆ ਐਂਡ ਇਨ ਰਿਟਰਨ ਤੁਸੀਂ ਸੈਲਰੀ ਪੇ ਕਰਤੀ। ਇਹਦੇ ਤੋਂ ਇਲਾਵਾ ਥੋੜ੍ਹਾ ਬਹੁਤ, ਜ਼ਿਆਦਾ ਨਹੀਂ, ਥੋੜ੍ਹਾ ਬਹੁਤ ਇਮਪਰਸਨਲ ਰਿਲੇਸ਼ਨ ਵੀ ਰੱਖਣਾ ਪੈਂਦਾ। ਜਿੱਦਾਂ ਕਿ ਤੁਸੀਂ ਥੋੜ੍ਹਾ ਬਹੁਤ ਉਹਦੇ ਬਾਰੇ ਵੈਲਬੀਂਗ ਬਾਰੇ ਪੁੱਛ ਲਿਆ, ਹਾਲ ਚਾਲ ਪੁੱਛ ਲਿਆ, ਫੈਮਿਲੀ ਬਾਰੇ ਪੁੱਛ ਲਿਆ, ਦੈਟਸ ਇਟ। ਸੋ ਉਹਨੂੰ ਆਪਾਂ ਬਿਲੋਂਗਿੰਗਨੈਸ ਬੋਲਦੇ ਹਾਂ। ਟੂ ਪ੍ਰੋਵਾਈਡ ਇਨਸੈਂਟਿਵ ਐਂਡ ਸਰਵਿਸਿਜ਼ ਲਾਈਕ ਹਾਊਸਿੰਗ, ਮੈਡੀਕਲ, ਇੰਸ਼ੋਰੈਂਸ, ਰਿਟਾਇਰਮੈਂਟ ਬੈਨੀਫਿਟਸ। ਕੁਛ ਤਰ੍ਹਾਂ ਦੇ ਇੰਸੈਂਟਿਵ ਦਾ ਮਤਲਬ ਹੁੰਦਾ ਜਿਹੜੀ ਆਪਾਂ ਸੈਲਰੀ ਤੋਂ ਇਲਾਵਾ ਇੰਪਲੋਈ ਨੂੰ ਪੇ ਕਰਦੇ ਹਾਂ। ਜਿੱਦਾਂ ਕਿ ਤੁਸੀਂ ਸੇਲ ਡਿਪਾਰਟਮੈਂਟ ਬਾਰੇ ਸੁਣਿਆ ਹੀ ਆ ਅਤੇ ਉਹਦੇ ਵਿੱਚ ਕੀ ਉਹਨਾਂ ਨੂੰ ਇੱਕ ਟਾਰਗੇਟ ਦਿੱਤਾ ਜਾਂਦਾ ਆ ਕਿ ਤੁਸੀਂ ਅਗਰ 100 ਯੂਨਿਟ ਜਾਂ 100 ਪ੍ਰੋਡਕਟ ਸੇਲ ਕਰਤੇ ਤਾਂ ਤੁਹਾਨੂੰ ਇੰਨਾ ਐਡੀਸ਼ਨਲ ਬੈਨੀਫਿਟ ਮਿਲੇਗਾ। ਦੈਟ ਇਜ਼ ਦਾ ਇਨਸੈਂਟਿਵ ਕਿ ਜਿਹੜਾ ਸੈਲਰੀ ਤੋਂ ਇਲਾਵਾ ਉਹਨਾਂ ਨੂੰ ਮਿਲਣਾ ਹੀ ਆ।
ਐਂਡ ਸਰਵਿਸਿਜ਼ ਪ੍ਰੋਵਾਈਡ ਕਰ ਸਕਦੇ, ਜਿੱਦਾਂ ਕਿ ਕਿਸੇ ਨੂੰ ਹਾਊਸ ਫੈਸਿਲਿਟੀ ਦੇ ਦਿੱਤੀ ਜਾਂ ਮੈਡੀਕਲ ਫੈਸਿਲਿਟੀਜ਼ ਦੇ ਦਿੱਤੀ ਜਾਂ ਇੰਸ਼ੋਰੈਂਸ ਤੁਸੀਂ ਕਰਵਾ ਦਿੱਤਾ ਆਪਣੇ ਇੰਪਲੋਈਜ਼ ਦਾ, ਐਂਡ ਦਾ ਰਿਟਾਇਰਮੈਂਟ ਬੈਨੀਫਿਟਸ ਕਿ ਜਦੋਂ ਇੰਪਲੋਈ ਤੁਹਾਡੀ ਕੰਪਨੀ ਤੋਂ ਰਿਟਾਇਰ ਹੋਏਗਾ ਦੈਨ ਉਹਨਾਂ ਨੂੰ ਤੁਸੀਂ ਇਹ ਪੇ ਕਰੋਗੇ। ਸੋ ਥੀਜ਼ ਆਰ ਦਾ all types of services which a businessman should provide to the employees. Next is responsibility towards the owners, shareholders and investors. Owners कौन है? ਜਿਹੜੇ ਕੰਪਨੀ ਦੇ ਓਨਰ ਆ, ਜਿਨ੍ਹਾਂ ਨੇ ਪੈਸਾ ਇਨਵੈਸਟ ਕੀਤਾ ਹੈ ਕੰਪਨੀ 'ਚ। ਸ਼ੇਅਰ ਹੋਲਡਰਸ ਕੌਣ ਆ? ਜਿਹੜੇ ਕੰਪਨੀ ਦੇ ਸ਼ੇਅਰ ਪਰਚੇਸ ਕਰਦੇ ਆ। ਸੋ ਉਹਨਾਂ ਨੇ ਵੀ ਆਪਣਾ ਜਿਹੜਾ ਅਮਾਊਂਟ ਆ ਇਨਵੈਸਟ ਕੀਤਾ ਆ। ਨੈਕਸਟ ਇਜ਼ ਦੀ ਇਨਵੈਸਟਰਸ। ਸੋ ਇਹ ਇੱਕ ਡਿਫਰੈਂਟ ਨੇਮਸ ਨੇ ਜਿਨ੍ਹਾਂ ਨੇ ਮਤਲਬ ਕਿ ਹੈ ਇੱਕੋ ਚੀਜ਼ ਆ ਕਿ ਤਿੰਨਾਂ ਨੇ ਕੀ ਕੀਤਾ, ਆਪਣੇ ਬਿਜ਼ਨਸ ਵਿੱਚ ਪੈਸਾ ਇਨਵੈਸਟ ਕੀਤਾ। ਕਾਹਦੇ ਲਈ? ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਪ੍ਰੋਫਿਟ ਹੋਏ। ਅਤੇ ਉਹਨਾਂ ਦੇ ਰਿਗਾਰਡਿੰਗ ਉਹਨਾਂ ਦੇ ਟੂਵਰਡਸ ਕੀ ਰਿਸਪੋਂਸੀਬਿਲਿਟੀ ਨੇ? ਦਾ ਫਸਟ ਇਜ਼ ਟੂ ਇਨਸ਼ੋਰ ਸੇਫਟੀ ਆਫ ਇਨਵੈਸਟਮੈਂਟ। ਉਹਨਾਂ ਨੂੰ ਇਨਸ਼ੋਰ ਕਰਨਾ ਕਿ ਜਿਹੜਾ ਵੀ ਤੁਸੀਂ ਬਿਜ਼ਨਸ ਦੇ ਵਿੱਚ ਆਪਣੀ ਇਨਵੈਸਟਮੈਂਟ ਕੀਤੀ ਹੈ ਦੈਟ ਇਜ਼ ਸੇਫ। ਟੂ ਇਨਸ਼ੋਰ ਫੇਅਰ ਐਂਡ ਰੈਗੂਲਰ ਰਿਟਰਨ ਔਨ ਇਨਵੈਸਟਮੈਂਟ। ਹੁਣ ਸ਼ੇਅਰ ਹੋਲਡਰਸ ਨੇ ਆਪਣਾ ਪੈਸਾ ਇਨਵੈਸਟ ਕੀਤਾ ਆ ਵਿਦ ਅ ਮੋਟਿਵ ਕਿ ਉਹਨਾਂ ਨੂੰ ਇੰਨਾ ਐਡੀਸ਼ਨਲ ਜਾਂ ਉਹਨਾਂ ਦਾ ਅਮਾਊਂਟ ਜਿਹੜਾ ਆ ਪ੍ਰੋਫਿਟ ਜਿਹੜਾ ਆ ਉਹ ਡਬਲ ਹੋ ਜਾਏਗਾ, ਜਿਹਨੂੰ ਆਪਾਂ ਇੰਟਰਸਟ ਬੋਲ ਦਿੰਦੇ ਹਾਂ ਕਿ ਮੈਨੂੰ ਇੰਨਾ ਇੰਟਰਸਟ, ਇੰਨਾ ਡਿਵੀਡੈਂਟ ਮਿਲੇਗਾ। ਸੋ ਬਿਜ਼ਨਸ ਟਰਮ ਦੇ ਵਿੱਚ ਆਪਾਂ ਉਹਨਾਂ ਨੂੰ ਜੋ ਸ਼ੇਅਰ ਹੋਲਡਰਸ ਦੇ ਵਿੱਚ ਆ ਡਿਵੀਡੈਂਟ ਬੋਲਦੇ ਆ, ਅਤੇ ਕਿੰਨਾ ਡਿਵੀਡੈਂਟ ਉਹਨਾਂ ਨੂੰ ਮਿਲੇਗਾ। ਸੋ ਇਹ ਰਿਸਪੋਂਸੀਬਿਲਿਟੀ ਹੈ ਬਿਜ਼ਨਸ ਦੀ, ਉਹਨਾਂ ਨੂੰ ਇੱਕ ਤਰ੍ਹਾਂ ਦਾ ਕੌਨਫੀਡੈਂਸ ਦਿਵਾਉਣਾ ਕਿ ਹਾਂ ਤੁਹਾਨੂੰ ਤੁਹਾਡਾ ਪੈਸਾ ਬਿਲਕੁਲ ਸੇਫ ਆ, ਤੁਹਾਡਾ ਪੈਸਾ ਕਿਤੇ ਵੀ ਮਤਲਬ ਕਿ ਡੁੱਬੇਗਾ ਨਹੀਂ, ਤੁਹਾਨੂੰ ਰਿਟਰਨ ਜਿਹੜੀ ਆ ਕੰਟੀਨਿਊਸਲੀ ਮਿਲਦੀ ਰਹੇਗੀ। ਟੂ ਗਿਵ ਕੰਪਲੀਟ ਇਨਫੋਰਮੇਸ਼ਨ ਰਿਗਾਰਡਿੰਗ ਦੀ ਫਾਈਨੈਂਸ਼ੀਅਲ ਪੋਜੀਸ਼ਨ ਆਫ ਦਾ ਬਿਜ਼ਨਸ। ਆਪਣੇ ਕੰਪਨੀ ਦੇ ਬਾਰੇ ਜਿਹੜੀਆਂ ਵੀ ਫਾਈਨੈਂਸ਼ੀਅਲ ਡਿਟੇਲਸ ਨੇ ਉਹ ਕਦੀ ਵੀ ਹਾਈਡ ਨਹੀਂ ਕਰਨੀ ਚਾਹੀਦੀਆਂ ਇਨਵੈਸਟਰ ਤੋਂ। ਜਦੋਂ ਵੀ ਕੋਈ ਇਨਵੈਸਟਰ ਕਿਸੇ ਬਿਜ਼ਨਸ ਦੇ ਵਿੱਚ ਆਪਣਾ ਪੈਸਾ ਇਨਵੈਸਟ ਕਰੇਗਾ ਤਾਂ ਸਭ ਤੋਂ ਪਹਿਲਾਂ ਦੇਖੇਗਾ ਉਹਦਾ ਕੰਪਨੀ ਦਾ ਅਕਾਊਂਟ ਕਿ ਕੰਪਨੀ ਕਿੰਨੇ ਸਾਲਾਂ ਤੋਂ ਚੱਲ ਰਹੀ ਆ, ਕਿੰਨਾ ਪ੍ਰੋਫਿਟ ਅਰਨ ਕਰ ਰਹੀ ਆ, ਕਿੰਨੇ ਸਾਲਾਂ ਤੋਂ ਪ੍ਰੋਫਿਟ ਅਰਨ ਕਰ ਰਹੀ ਹੈ, ਕਿੰਨਾ ਉਹਨਾਂ ਨੂੰ ਕੋਈ ਲੋਸ ਤਾਂ ਨਹੀਂ ਹੋਇਆ। ਸੋ ਆਪਣੀ ਕੋਈ ਵੀ ਫੇਕ ਇਨਫੋਰਮੇਸ਼ਨ ਸ਼ੋ ਨਹੀਂ ਕਰਨੀ ਚਾਹੀਦੀ। ਟੂ ਗਿਵ ਦੈਮ ਓਪਰਚੁਨਿਟੀ ਟੂ ਪਾਰਟੀਸਿਪੇਟ ਇਨ ਡਿਸੀਜ਼ਨ ਮੇਕਿੰਗ। ਇੱਕ ਤਰ੍ਹਾਂ ਦਾ ਉਹਨਾਂ ਨੂੰ ਇਹ ਫੀਲ ਕਰਵਾਉਣਾ ਕਿ ਉਹ ਵੀ ਇੱਕ ਕੰਪਨੀ ਦਾ ਮੈਂਬਰ ਆ। ਸੋ ਕੋਈ ਵੀ ਤੁਸੀਂ ਆਪਣਾ ਡਿਸੀਜ਼ਨ ਲੈ ਰਹੇ ਹੋ ਉਹਨਾਂ ਨੂੰ ਜ਼ਰੂਰ ਇਨਵੋਲਵ ਕਰੋ, ਚਾਹੇ ਉਹਨਾਂ ਦਾ ਡਿਸੀਜ਼ਨ ਇੰਪਲੀਮੈਂਟ ਹੋਏ ਜਾਂ ਨਾ ਹੋਏ, ਬਟ ਇੱਕ ਇਨਵੋਲਵਮੈਂਟ ਜਿਹੜੀ ਆ ਉਹਨਾਂ ਦੇ ਵਿੱਚ ਇੱਕ ਕੌਨਫੀਡੈਂਸ ਗੇਨ ਕਰਵਾਉਂਦੀ ਆ। ਨੈਕਸਟ ਇਜ਼ ਰਿਸਪੋਂਸੀਬਿਲਿਟੀ ਟੂਵਰਡ ਦਾ ਗਵਰਨਮੈਂਟ। ਨਾਓ ਬਿਜ਼ਨਸ ਆਰਗੇਨਾਈਜੇਸ਼ਨ ਦੀ ਗਵਰਨਮੈਂਟ ਦੇ ਟੂਵਰਡਸ ਕੀ ਰਿਸਪੋਂਸੀਬਿਲਿਟੀਜ਼ ਨੇ? ਦਾ ਫਸਟ ਇਜ਼ ਟੂ ਅਬਾਈਡ ਬਾਈ ਰੂਲਸ ਰੈਗੂਲੇਸ਼ਨ ਐਂਡ ਲਾਜ਼। ਇੱਕ ਕੰਪਨੀ ਦਾ ਫਰਜ਼ ਬਣਦਾ ਹੈ ਕਿ ਗਵਰਨਮੈਂਟ ਦੇ ਜਿਹੜੇ ਵੀ ਰੂਲਸ ਨੇ, ਜਿਹੜੇ ਵੀ ਉਹਨਾਂ ਨੇ ਆਪਣੇ ਰੈਗੂਲੇਸ਼ਨਸ ਬਣਾਏ ਆ ਉਹਨਾਂ ਨੂੰ ਉਹ ਫੋਲੋ ਕਰੇ। ਟੂ ਪੇ ਟੈਕਸਿਸ ਐਂਡ ਡਿਊਟੀਜ਼ ਔਨ ਟਾਈਮ। ਆਪਣੇ ਕੰਪਨੀ ਦੇ ਜਿਹੜੇ ਟੈਕਸ ਨੇ, ਜਿਹੜੇ ਡਿਊਟੀਜ਼ ਨੇ, ਜਿੱਦਾਂ ਐਕਸਾਈਜ਼ ਡਿਊਟੀ, ਕਸਟਮ ਡਿਊਟੀ ਆ, ਸੋ ਉਹ ਜਿਹੜੀਆਂ ਟਾਈਮ 'ਤੇ ਪੇ ਹੋਣੀ ਚਾਹੀਦੀਆਂ ਆ। ਟੂ ਹੈਲਪ ਇਨ ਸੋਲਵਿੰਗ ਸੋਸ਼ਲ ਪ੍ਰੋਬਲਮਸ। ਬਿਜ਼ਨਸ ਜਿਹੜਾ ਆ, ਇੱਕ ਬਿਜ਼ਨਸ ਆਰਗੇਨਾਈਜੇਸ਼ਨ ਗਵਰਨਮੈਂਟ ਦਾ ਸਪੋਰਟ ਕਰ ਸਕਦਾ, ਗਵਰਨਮੈਂਟ ਦੀ ਹੈਲਪ ਕਰ ਸਕਦਾ ਆ ਸੋਸ਼ਲ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਿੱਚ। ਜਿੱਦਾਂ ਕਿ ਹੁਣ ਗਵਰਨਮੈਂਟ ਕੀ ਆ, ਪੋਲਿਊਸ਼ਨ ਰਿਡਿਊਸ ਕਰਨਾ ਚਾਹੁੰਦੀ ਆ। ਸੋ ਬਿਜ਼ਨਸ ਆਰਗੇਨਾਈਜੇਸ਼ਨ ਆਪਣੇ ਇੰਡਸਟਰੀ ਦੇ ਵਿੱਚ ਇੱਕ ਜਿਹੜਾ ਕਿ ਪੋਲਿਊਸ਼ਨ ਕ੍ਰੀਏਟ ਨਾ ਕਰੇ, ਚਿਮਨੀਜ਼ ਵਗੈਰਾ ਯੂਜ਼ ਕਰਕੇ, ਇਹੋ ਜਿਹੀ ਟੈਕਨੀਕ ਯੂਜ਼ ਕਰਕੇ ਉਸ ਪੋਲਿਊਸ਼ਨ ਨੂੰ ਰਿਡਿਊਸ ਕਰ ਸਕਦੀ ਆ। ਟੂ ਅਡੋਪਟ ਫੇਅਰ ਡੀਲਿੰਗ ਸਪੈਸ਼ਲੀ ਵੈਨ ਇਨਵੋਲਵਡ ਇਨ ਐਕਸਟਰਨਲ ਟ੍ਰੇਡ ਸੋ ਦੈਟ ਕੰਟਰੀਜ਼ ਰੈਪੂਟੇਸ਼ਨ ਇਜ਼ ਮੇਨਟੇਨ। ਜਦੋਂ ਇੱਕ ਬਿਜ਼ਨਸਮੈਨ ਐਕਸਟਰਨਲ ਟ੍ਰੇਡ ਕਰਦਾ, ਐਕਸਟਰਨਲ ਟ੍ਰੇਡ ਮੀਨਸ ਐਕਸਪੋਰਟ ਕਰਦਾ ਆ ਜਾਂ ਇੰਪੋਰਟ ਕਰਦਾ ਆ, ਕਿਸੇ ਦੂਸਰੀ ਕੰਟਰੀ ਦੇ ਪ੍ਰੋਡਕਟ ਵੇਚ ਰਿਹਾ ਆ ਜਾਂ ਪਰਚੇਜ਼ ਕਰ ਰਿਹਾ ਆ, ਸੋ ਇੱਕ ਕੰਪਨੀ ਦਾ ਨੇਮ ਐਂਡ ਫੇਮ ਹੁੰਦਾ ਆ। ਅਤੇ ਉਹ ਡੀਲਿੰਗ ਕਰਦੇ ਵੇਲੇ ਉਹਨਾਂ ਨੂੰ ਬਿਲਕੁਲ ਪੋਲਾਈਟਲੀ ਡੀਲ ਕਰਨਾ ਚਾਹੀਦਾ ਹੈ ਤਾਂ ਕਿ ਆਪਣੀ ਕੰਟਰੀ ਦੀ ਜਿਹੜੀ ਰੈਪੋ ਆ ਉਹ ਖਰਾਬ ਨਾ ਹੋਏ। ਟੂ ਕੋਆਪਰੇਟ ਇਨ ਪਲੈਨਿੰਗ, ਇਨਵੈਸਟੀਗੇਸ਼ਨ ਐਂਡ ਐਡਮਿਨਿਸਟ੍ਰੇਟਿਵ ਐਕਟੀਵਿਟੀਜ਼ ਆਫ ਦਾ ਗਵਰਨਮੈਂਟ। ਜਦੋਂ ਵੀ ਗਵਰਨਮੈਂਟ, ਕਈ ਵਾਰ ਤੁਸੀਂ ਦੇਖਿਆ ਹੋਣਾ, ਇੰਸਪੈਕਸ਼ਨ ਲਈ ਆਉਂਦੀ ਆ ਅਤੇ ਅਸੀਂ ਉਹਨਾਂ ਨੂੰ ਅਪੋਜ਼ ਨਾ ਕਰੀਏ, ਮਨਾ ਨਾ ਕਰੀਏ ਕਿ ਨਹੀਂ ਅਸੀਂ ਆਪਣੀ ਬਿਜ਼ਨਸ ਦੀ ਕੋਈ ਵੀ ਇਨਵੈਸਟੀਗੇਸ਼ਨ ਨਹੀਂ ਕਰਨ ਦੇਣੀ। ਇਨਫੈਕਟ ਬਿਜ਼ਨਸਮੈਨ ਦਾ ਫਰਜ਼ ਇਹ ਆ ਕਿ ਉਹਨਾਂ ਦੇ ਨਾਲ ਕੋਆਪਰੇਟ ਕਰੇ। ਸੋ ਜੋ ਵੀ ਬਿਜ਼ਨਸ ਦੀ ਗਵਰਨਮੈਂਟ ਦੀ ਰਿਸਪੋਂਸੀਬਿਲਿਟੀਜ਼ ਨੇ ਕਿ ਬਿਜ਼ਨਸ ਦੀ ਇੱਕ ਇਨਵੈਸਟੀਗੇਸ਼ਨ ਕਰਨਾ, ਉਹਨਾਂ ਦਾ ਐਡਮਿਨ ਡਿਪਾਰਟਮੈਂਟ ਦੇਖਣਾ, ਸੋ ਇੱਕ ਬਿਜ਼ਨਸਮੈਨ ਦਾ ਫਰਜ਼ ਹੈ ਕਿ ਗਵਰਨਮੈਂਟ ਨੂੰ ਸਪੋਰਟ ਕਰੇ ਅਤੇ ਉਹਨਾਂ ਦੀ ਹੈਲਪ ਕਰੇ। ਰਿਸਪੋਂਸੀਬਿਲਿਟੀ ਟੂਵਰਡ ਦਾ ਕਮਿਊਨਿਟੀ। ਨਾ ਉਹਦੇ ਵਿੱਚ ਕੌਣ ਆਉਂਦਾ? ਸੁਸਾਇਟੀ। ਟੂ ਪ੍ਰੋਟੈਕਟ ਦ ਇਨਵਾਇਰਮੈਂਟ ਫਰੋਮ ਆਲ ਟਾਈਪਸ ਆਫ ਪੋਲਿਊਸ਼ਨ। ਸਾਰੇ ਪੋਲਿਊਸ਼ਨ ਤੋਂ, ਹਰ ਇੱਕ ਟਾਈਪ ਦੇ ਪੋਲਿਊਸ਼ਨ ਤੋਂ ਬਚਾ ਕੇ ਰੱਖਣਾ। ਵੱਧ ਤੋਂ ਵੱਧ ਇੰਪਲੋਇਮੈਂਟ ਓਪਰਚੁਨਿਟੀ ਪ੍ਰੋਵਾਈਡ ਕਰਨਾ, ਜਿਹੜੇ ਕਿ ਅਨਇੰਪਲੋਇਡ ਪਰਸਨਸ ਨੇ
ਉਹਨਾਂ ਨੂੰ ਇੱਕ ਜੋਬ ਜਿਹੜੀ ਹੈ ਪ੍ਰੋਵਾਈਡ ਕਰਨ। ਉਹ ਕਿੱਦਾਂ ਹੋ ਸਕਦਾ ਆ ਕਿ ਕੋਈ ਇੱਕ ਬੈਕਵਰਡ ਏਰੀਆ ਆ ਜਿਹੜਾ ਕਿ ਜਿੱਥੇ ਕੋਈ ਵੀ ਇੰਡਸਟਰੀ ਨਹੀਂ ਆ, ਅਤੇ ਆਪਾਂ ਉੱਥੇ ਆਪਣੀ ਇੰਡਸਟਰੀ ਨੂੰ ਇਸਟੈਬਲਿਸ਼ ਕਰਕੇ ਅਨਇੰਪਲੋਇਡ ਪਰਸਨਸ ਨੂੰ ਇੰਪਲੋਇਮੈਂਟ ਪ੍ਰੋਵਾਈਡ ਕਰ ਸਕਦੇ ਹਾਂ, ਜੋਬ ਪ੍ਰੋਵਾਈਡ ਕਰ ਸਕਦੇ ਹਾਂ। ਟੂ ਹੈਲਪ ਦਾ ਵੀਕਰ ਸੈਕਸ਼ਨ ਆਫ ਦਾ ਸੋਸਾਇਟੀ, ਜਿਹੜੇ ਵੀਕਰ ਸੈਕਸ਼ਨ ਨੇ ਸੋਸਾਇਟੀ ਦੇ, ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ। ਟੂ ਪ੍ਰੀਜ਼ਰਵ ਸੋਸ਼ਲ ਐਂਡ ਕਲਚਰਲ ਵੈਲਿਊਜ਼, ਜਿਹੜੀਆਂ ਸੋਸਾਇਟੀ ਤੋਂ ਰਿਲੇਟਿਡ ਵੈਲਿਊਜ਼ ਨੇ ਉਹਨਾਂ ਨੂੰ ਬਚਾ ਕੇ ਰੱਖੀਏ, ਪ੍ਰੀਜ਼ਰਵ ਕਰਕੇ ਰੱਖੀਏ, ਉਹਨਾਂ ਦੀ ਰਿਸਪੈਕਟ ਕਰੀਏ। ਪ੍ਰੋਵਾਈਡਿੰਗ ਇਕੋਨਮਿਕ ਸਟੇਬਿਲਿਟੀ ਮੀਨਸ ਇਕੋਨਮਿਕ ਜਿਹੜੀ ਸਟੇਬਲ ਰਹੇ, ਇਕੁਅਲ ਰਹੇ। ਜਿੱਦਾਂ ਕਿ ਹੁਣ ਤੁਸੀਂ ਦੇਖ ਰਹੇ ਹੋ ਕਿ ਲੋਕਡਾਊਨ ਦੇ ਵਿੱਚ ਇਕੋਨਮੀ ਜਿਹੜੀ ਸਾਡੀ ਡਾਊਨ ਜਾ ਰਹੀ ਆ। ਸੋ ਇਹ ਕੀ ਹੋ ਗਿਆ ਕਿ ਸਟੇਬਲ ਨਹੀਂ ਆ। ਸੋ ਬਿਜ਼ਨਸਮੈਨ ਦਾ ਕੀ ਰਿਸਪੋਂਸੀਬਿਲਿਟੀ ਆ ਕਿ ਉਹ ਇਸ ਇਕੋਨਮਿਕ ਪੋਜੀਸ਼ਨ ਨੂੰ ਸਟੇਬਲ ਬਣਾ ਕੇ ਰੱਖੇ। ਰਿਸਪੋਂਸੀਬਿਲਿਟੀ ਟੂਵਰਡਸ ਸਪਲਾਇਰਸ, ਹੁਣ ਸਪਲਾਇਰਸ ਕੌਣ ਨੇ? ਜਿਹੜੇ ਕਿ ਬਿਜ਼ਨਸਮੈਨ ਨੂੰ ਗੁਡਸ ਸਪਲਾਈ ਕਰਦੇ ਆ, ਕੋਈ ਵੀ ਪ੍ਰੋਡਕਟ ਸਪਲਾਈ ਕਰਦੇ, ਦੈਟ ਆਰ ਦਾ ਸਪਲਾਇਰਸ। ਟੂ ਇਨਸ਼ੋਰ ਰੈਗੂਲਰ ਪੇਮੈਂਟ ਟੂ ਦੀ ਸਪਲਾਇਰ, ਤਾਂ ਤੁਹਾਡਾ ਸਭ ਤੋਂ ਪਹਿਲਾਂ ਫਰਜ਼ ਇਹ ਬਣਦਾ ਐਜ਼ ਅ ਬਿਜ਼ਨਸਮੈਨ ਕਿ ਤੁਸੀਂ ਸਪਲਾਇਰ ਨੂੰ ਟਾਈਮਲੀ ਪੇਮੈਂਟ ਕਰੋ, ਰੈਗੂਲਰ ਪੇਮੈਂਟ ਕਰਦੇ ਰਹੋ। ਟੂ ਅਡੋਪਟ ਫੇਅਰ ਡੀਲਿੰਗ ਵਿਦ ਦਾ ਸਪਲਾਇਰ, ਸਪਲਾਇਰ ਦੇ ਨਾਲ ਤੁਹਾਡੀ ਡੀਲਿੰਗ ਜਿਹੜੀ ਹੈ ਫੇਅਰ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡਾ ਰਿਕਾਰਡ ਖਰਾਬ ਨਾ ਹੋਏ, ਕਿਉਂਕਿ ਜਦੋਂ ਵੀ ਤੁਸੀਂ ਸਪਲਾਇਰ ਦਾ ਅਮਾਊਂਟ ਪੇ ਨਹੀਂ ਕਰੋਗੇ, ਨੈਕਸਟ ਟਾਈਮ ਤੋਂ ਉਹ ਤੁਹਾਨੂੰ ਪ੍ਰੋਡਕਟ ਸਪਲਾਈ ਨਹੀਂ ਕਰੇਗਾ। ਸੋ ਤੁਹਾਡਾ ਹੀ ਬਿਜ਼ਨਸ ਦਾ, ਤੁਹਾਡੀ ਹੀ ਕੰਪਨੀ ਦਾ ਇੰਪਰੈਸ਼ਨ ਜਿਹੜਾ ਆ ਮਾੜਾ ਪੈਂਦਾ ਆ। ਟੂ ਪ੍ਰੋਟੈਕਟ ਐਂਡ ਅਸਿਸਟ ਸਮਾਲ ਸਕੇਲ ਸਪਲਾਇਰ ਬਾਈ ਪਲੇਸਿੰਗ ਆਰਡਰਸ ਵਿਦ ਦੈਮ, ਨਾ ਕਈ ਸਪਲਾਇਰਸ ਇੱਦਾਂ ਦੇ ਹੁੰਦੇ ਆ ਜਿਹੜੇ ਛੋਟੇ ਹੁੰਦੇ ਆ। ਮੀਨਸ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਇੱਦਾਂ ਦਾ ਪ੍ਰੋਡਕਟ ਵਧੀਆ ਨਹੀਂ ਹੋਣਾ, ਅਸੀਂ ਕਈ ਵਾਰ ਬਿਲੀਵ ਨਹੀਂ ਕਰਦੇ। ਬਟ ਦੇਖੋ, ਜਦੋਂ ਵੀ ਕੋਈ ਸਪਲਾਇਰ ਆ ਉਹ ਹਮੇਸ਼ਾ ਲਾਰਜ ਸਕੇਲ 'ਤੇ ਉਦੋਂ ਹੀ ਬਣਦਾ ਜਦੋਂ ਉਹਦਾ ਕੰਮ ਸਟਾਰਟ ਹੁੰਦਾ। ਸੋ ਸਾਨੂੰ ਹਮੇਸ਼ਾ ਫਸਟ ਚਾਂਸ ਦੇਣਾ ਚਾਹੀਦਾ ਆ। ਤੁਸੀਂ ਯੂਜ਼ ਕਰਕੇ ਦੇਖੋਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਸਪਲਾਇਰ ਦਾ ਪ੍ਰੋਡਕਟ ਜਿਹੜਾ ਹੈ, ਸਮਾਨ ਜਿਹੜਾ ਆ ਵਧੀਆ ਹੈ ਕਿ ਨਹੀਂ ਆ। ਸੋ ਇੱਕ ਓਪਰਚੁਨਿਟੀ ਦੇਣੀ ਚਾਹੀਦੀ ਆ, ਉਹਨਾਂ ਨੂੰ ਗਾਈਡ ਕਰਨਾ ਚਾਹੀਦਾ ਆ ਕਿ ਤੁਹਾਡਾ ਜਿਹੜਾ ਪ੍ਰੋਡਕਟ ਆ ਉਹ ਵਧੀਆ ਆ, ਅਤੇ ਜੇ ਇਨ ਕੇਸ ਕੋਈ ਕੰਪਲੇਨ ਆਉਣੀ ਆ ਦੈਨ ਤੁਸੀਂ ਉਹਨਾਂ ਨੂੰ ਸੁਜੈਸਟ ਕਰ ਸਕਦੇ ਹੋ, ਗਾਈਡ ਕਰ ਸਕਦੇ ਹੋ। ਟੂ ਗਾਈਡ ਐਂਡ ਅਸਿਸਟ ਦਾ ਸਪਲਾਇਰ ਇੰਪਰੂਵਿੰਗ ਕੁਆਲਿਟੀ ਆਫ ਦੇ ਪ੍ਰੋਡਕਟ, ਜਿੱਦਾਂ ਕਿ ਪ੍ਰੋਡਕਟ ਦੀ ਕੁਆਲਿਟੀ ਇੰਪਰੂਵ ਹੋਏ, ਤੁਸੀਂ ਉਹਨਾਂ ਨੂੰ ਗਾਈਡ ਕਰੋਗੇ ਅਤੇ ਓਬਵੀਅਸਲੀ ਉਹ ਨੈਕਸਟ ਟਾਈਮ ਤੋਂ ਆਪਣੇ ਪ੍ਰੋਡਕਟ ਦੇ ਵਿੱਚ ਕੁਆਲਿਟੀ ਮੇਨਟੇਨ ਕਰਨਗੇ। ਸੋ ਇਹਦੇ ਨਾਲ ਉਹਨਾਂ ਨੂੰ ਵੀ ਇੱਕ ਹੈਲਪ ਮਿਲ ਜਾਏਗੀ ਐਂਡ ਪਲੱਸ ਤੁਹਾਡੇ ਕੰਪਨੀ ਦੇ ਵਿੱਚ ਵੀ ਪ੍ਰੋਡਕਟ ਜਿਹੜਾ ਆ ਵਧੀਆ ਆ ਜਾਏਗਾ। ਸੋ ਇਹ ਸਾਰੀ ਰਿਸਪੋਂਸੀਬਿਲਿਟੀਜ਼ ਨੇ ਬਿਜ਼ਨਸਮੈਨ ਦੀਆਂ ਟੂਵਰਡ ਡਿਫਰੈਂਟ ਸੈਕਟਰਸ। I hope it is clear to everyone, and if there is any type of query then you may ask me. Thanks and have a nice day.